ਰੋਜ਼ਾਨਾ ਲੋਕ ਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜਿਆ ਪ੍ਰਾਈਮ ਮੁੱਦਾ। ਗੱਲਬਾਤ ਕਰਾਂਗੇ ਕਿ ਅੱਜ ਸਵੇਰ ਤੋਂ ਹੀ ਜਿਹੜੀ ਪੰਜਾਬ ਦੀ ਸਿਆਸਤ ਪੂਰੇ ਤਰੀਕੇ ਦੇ ਨਾਲ ਪੱਕੀ ਹੋਈ ਹੈ, ਉਹ ਮਾਈਨਿੰਗ ਦੇ ਰੇਤ ਮਾਈਨਿੰਗ ਨੂੰ ਲੈ ਕੇ ਜਿਹੜੀ ਹੈ ਉਹ ਪੰਜਾਬ ਦੀ ਸਿਆਸਤ ਪੂਰੇ ਤਰੀਕੇ ਦੇ ਨਾਲ ਪੱਕੀ ਹੋਈ ਹੈ। ਹਾਲਾਂਕਿ ਉਹ ਕਿ ਪਹਿਲਾ ਮੌਕਾ ਨਹੀਂ ਹੈ ਕਿ ਰੇਤ ਮਾਈਨਿੰਗ ਨੂੰ ਲੈ ਕੇ ਪੰਜਾਬ ਦੀ ਸਿਆਸਤ ਪੱਕੀ ਹੋਵੇ। ਇਸ ਤੋਂ ਪਹਿਲਾਂ ਵੀ ਰੇਤ ਮਾਈਨਿੰਗ ਦਾ ਮੁੱਦਾ ਕਾਫੀ ਉਛਾਲਿਆ ਜਾਂਦਾ ਰਿਹਾ, ਚਾਹੇ ਉਹ ਵੋਟਾਂ ਦਾ ਸੀਜ਼ਨ ਹੋਵੇ ਤੇ ਚਾਹੇ ਉਹ ਵੋਟਾਂ ਦਾ ਸੀਜ਼ਨ ਨਾ ਹੋਵੇ। ਇਸ ਵਾਰ ਜਿਹੜੀ ਕੁਝ ਵੱਖਰੇ ਤਰੀਕੇ ਦੀ ਜਿਹੜੀ ਇੱਕ ਦੇਖਣ ਨੂੰ ਮਿਲ ਰਹੀ ਹੈ ਸਥਿਤੀ, ਕਿਉਂਕਿ ਜਿਹੜੀ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਦਲਾਵ ਦੇ ਤੌਰ ਤੇ ਜਿਹੜੀ ਬਣੀ ਸੀ, ਉਹ ਰੇਤ ਮਾਈਨਿੰਗ ਦਾ ਮੁੱਦਾ ਉਛਾਲ ਕੇ ਬੜੇ ਵੱਡੇ ਪੱਧਰ ਦੇ ਨਾਲ ਪੰਜਾਬ ਦੇ ਅੰਦਰ ਚੋਣਾਂ ਲੜੀਆਂ ਉਹਨਾਂ ਨੇ ਤੇ ਮੈਂਡੇਟ ਵੀ ਬੜੇ ਵੱਡੇ ਪੱਧਰ ਦੇ ਉਹਨਾਂ ਨੂੰ ਹਾਸਲ ਹੋਇਆ। ਤੇ ਹਾਲੇ ਵੀ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇੱਕ ਵੀਡੀਓ ਜਾਰੀ ਕੀਤੀ, ਸੁਖਪਾਲ ਸਿੰਘ ਖਹਿਰਾ ਹੋਣੀ, ਧਰਮਵੀਰ ਗਾਂਧੀ ਹੋਰਾਂ ਨੇ ਇੱਕ ਵੀਡੀਓ ਜਾਰੀ ਕੀਤੀ ਜਿਹਦੇ ਵਿੱਚ ਨਜਾਇਜ਼ ਮਾਈਨਿੰਗ ਹੋ ਰਹੀ ਦੱਸੀ ਜਾ ਰਹੀ ਹੈ। ਹੋਰ ਵੀ ਸਾਡੇ ਕੋਲੋਂ ਕਈ ਥਾਵਾਂ ਦੇ ਉੱਤੋਂ ਇਨਫੋਰਮੇਸ਼ਨਸ ਆਈਆਂ ਨੇ ਕਿ ਹਾਲੇ ਵੀ ਨਜਾਇਜ਼ ਮਾਈਨਿੰਗ ਜਿਹੜੀ ਹੈ ਉਹ ਚੱਲ ਰਹੀ ਹੈ। ਤਾਂ ਕੀ ਬਦਲਾਵ ਦੇ ਤੌਰ ਤੇ ਬਣੀ ਸਰਕਾਰ ਦੇ ਵਿੱਚ ਵੀ ਨਜਾਇਜ਼ ਮਾਈਨਿੰਗ ਨਹੀਂ ਰੋਕੀ ਜਾ ਸਕੇਗੀ? ਜੇ ਰੋਕੀ ਜਾ ਸਕੇਗੀ ਤਾਂ ਕਿਸ ਤਰੀਕੇ ਦੇ ਨਾਲ ਰੋਕੀ ਜਾਵੇਗੀ? ਉਧਰ ਭਗਵੰਤ ਮਾਨ ਦੀ ਸਰਕਾਰ ਦੀ ਵੀ ਇਸ ਚੀਜ਼ ਤੇ ਸਫਾਈ ਆਈ ਹੈ, ਉਹਨਾਂ ਨੇ ਪਾਲਿਸੀ ਬਣਾਉਣ ਦੀ ਗੱਲ ਕੀਤੀ ਹੈ। ਆਖਿਰ ਇਹ ਪਾਲਿਸੀ ਆਊਗੀ ਕਦੋਂ, ਇਸ ਤੇ ਗੱਲਬਾਤ ਕਰਾਂਗੇ। ਤਾਂ ਇਹਨਾਂ ਅਹਿਮ ਖਬਰ ਦੇ ਉੱਪਰ ਗੱਲਬਾਤ ਕਰਦੇ ਲਈ ਮੇਰੇ ਨਾਲ ਰਾਜਨੀਤੀ ਮਾਹਰ ਦੇ ਤੌਰ ਤੇ ਰਾਜਨੀਤੀ ਸ਼ਾਸਤਰ ਦੇ ਉੱਘੇ ਵਿਦਵਾਨ ਡਾਕਟਰ ਕੁਲਦੀਪ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰੀਏ ਤੇ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸਰ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ। ਬਹੁਤ ਬਹੁਤ ਮਿਹਰਬਾਨੀ ਸੁਖਵਿੰਦਰ ਸਿੰਘ ਜੀ। ਸਰ, ਮੁੱਦਾ ਜਿਹੜਾ ਅੱਜ ਪੰਜਾਬ ਦੀ ਸਿਆਸਤ ਦੇ ਅੰਦਰ ਜਿਹੜਾ ਅੱਜ ਬੜਾ ਉਛਲਿਆ ਨਜਾਇਜ਼ ਮਾਈਨਿੰਗ ਨੂੰ ਲੈ ਕੇ ਸਵੇਰ ਤੋਂ ਹੀ। ਹਾਲਾਂਕਿ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਲੱਗੇ ਹੋਏ ਸੀ ਪੰਜਾਬ ਦੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਲੈ ਕੇ, ਲਗਾਤਾਰ ਟਵੀਟਸ ਲੋਕਾਂ ਦੇ ਘਰਾਂ ਦੇ ਵਿੱਚ ਵੀ ਜਾ ਰਹੇ ਸੀ। ਉਸੇ ਤੇ ਭਗਵੰਤ ਮਾਨ ਨੂੰ ਦੀ ਸਰਕਾਰ ਨੂੰ ਉਹਨਾਂ ਨੇ ਘੇਰਿਆ, ਤਾਂ ਫਿਰ ਭਗਵੰਤ ਮਾਨ ਸਰਕਾਰ ਐਕਸ਼ਨ ਦੇ ਵਿੱਚ ਆਈ, ਐਸਐਸਪੀ ਦੇ ਨਾਲ ਮੁਲਾਕਾਤਾਂ ਕੀਤੀਆਂ। ਉਸ ਤੋਂ ਬਾਅਦ ਹੁਣ ਸਿੱਧੂ ਨੂੰ ਸ਼ਾਇਦ ਲੱਗਿਆ ਕਿ ਇਹ ਮੁੱਦਾ ਛੱਡ ਦੇਣਾ ਚਾਹੀਦਾ ਹੈ ਤੇ ਉਹਨਾਂ ਨੇ ਮੁੱਦਾ ਚੱਕ ਲਿਆ ਹੁਣ ਰੇਤ ਮਾਈਨਿੰਗ ਦਾ। ਤਾਂ ਉਹਨਾਂ ਨੇ ਕੁਝ ਸਬੂਤ ਇਕੱਠੇ ਕਰਕੇ ਲੋਕਾਂ ਨੂੰ ਦੱਸੇ, ਆਪ ਵੀ ਖੁਦ ਵੀ ਜਾ ਕੇ ਦੱਸੇ, ਜਿੱਥੇ ਇਹ ਦੱਸਿਆ ਜਾ ਰਿਹਾ ਕਿ ਇੱਕ ਤਾਂ ਰੇਤਾ ਮਹਿੰਗਾ ਮਿਲ ਰਿਹਾ ਹੈ। ਮਹਿੰਗਾ ਮਿਲਣ ਦਾ ਤਾਂ ਉਹਨਾਂ ਦੀ ਮਰਜ਼ੀ ਹੈ ਕਿ ਜਿੰਨੇ ਦੀ ਮਰਜ਼ੀ ਵਿੱਚ ਉਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ। ਇਹ ਸਿੱਧੂ ਨੇ ਖੁਦ ਵੀ ਮੇਰੇ ਨਾਲ ਮੇਰੀ ਇੰਟਰਵਿਊ ਦੇ ਵਿੱਚ ਮੰਨਿਆ ਸੀਗਾ। ਤਾਂ ਜਿਹੜੀ ਨਜਾਇਜ਼ ਮਾਈਨਿੰਗ ਜਿਹੜੀ ਆ ਹੋ ਰਹੀ ਹੈ, ਉਸ ਨੂੰ ਲੈ ਕੇ ਤੁਸੀਂ ਕਿਵੇਂ ਦੇਖਦੇ ਹੋ? ਬਦਲਾਅ ਦੇ ਤੌਰ ਤੇ ਬਣੀ ਸਰਕਾਰ ਦੇ ਅੰਦਰ ਜੇ ਨਜਾਇਜ਼ ਮਾਈਨਿੰਗ ਇਸੇ ਤਰੀਕੇ ਦੇ ਨਾਲ ਧੜੱਲੇ ਦੇ ਨਾਲ ਚੱਲੂ ਤਾਂ ਫਿਰ ਬਦਲਾਅ ਕਿਵੇਂ? ਸੁਖਵਿੰਦਰ ਸਿੰਘ ਜੀ, ਰੇਤੇ ਦੀਆਂ ਖੱਡਾਂ ਦਾ ਮਾਮਲਾ ਇੰਨਾ ਚਰਚਾ ਵਿੱਚ ਰਿਹਾ ਪਿਛਲੇ ਕਿੰਨੇ ਸਾਲਾਂ ਤੋਂ। ਜਿੰਨੀ ਚਰਚਾ ਹੁੰਦੀ ਰਹੀ ਹੈ ਤੇ ਉਨਾ ਹੀ ਘੱਟ ਕੰਮ ਇਸ ਮੁੱਦੇ ਤੇ ਹੋਇਆ। ਜਾਣੀ ਕਿ ਸਰਕਾਰਾਂ ਵੱਲੋਂ ਜਦੋਂ ਕਹਿੰਦੇ ਨੇ ਵੀ ਗੈਰ ਕਾਨੂੰਨੀ ਤਰੀਕੇ ਨਾਲ ਜਿਹੜੀਆਂ ਖੱਡਾਂ ਚੋਂ ਰੇਤਾ ਕੱਢਿਆ ਜਾ ਰਿਹਾ ਹੈ, ਵੈਸੇ ਮੈਂ ਤੁਹਾਨੂੰ ਬਾਅਦ ਦੱਸਦਾ ਕਿ ਗੈਰ ਕਾਨੂੰਨੀ ਤਰੀਕੇ ਨਾਲ ਰੇਤਾ ਵੇਚਣ ਦੇ ਕਿੰਨੇ ਮਹੀਨੇ ਨੇ। ਸਰਕਾਰਾਂ ਇਹ ਕਹਿੰਦੀਆਂ ਰਹੀਆਂ ਨੇ ਕਿ ਜੀ ਅਸੀਂ ਗੈਰ ਕਾਨੂੰਨੀ ਢੰਗ ਨਾਲ ਜਿਹੜੀ ਰੇਤੇ ਦੀ ਆਪਣਾ ਸਮਗਲਿੰਗ ਹੁੰਦੀ ਹੈ ਉਹ ਬੰਦ ਕਰ ਦਿੱਤੀ ਹੈ। ਤੁਹਾਨੂੰ ਯਾਦ ਹੋਵੇਗਾ ਕਿ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੇ ਰੇਤੇ ਦਾ ਭਾਅ ਫਿਕਸ ਕੀਤਾ ਤੇ ਜਦੋਂ ਰੇਤੇ ਦਾ ਭਾਅ ਫਿਕਸ ਕਰਨ ਤੋਂ ਬਾਅਦ ਕਿਸੇ ਸਭਾ ਵਿੱਚ ਚਰਨਜੀਤ ਸਿੰਘ ਚੰਨੀ ਬਤੌਰ ਮੰਤਰੀ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦੇ ਸੀਗੇ ਤਾਂ ਪਬਲਿਕਲੀ ਨਵਜੋਤ ਸਿੰਘ ਸਿੱਧੂ ਕਹਿੰਦੇ ਸੀ ਕਿ ਨਹੀਂ, ਕਿ ਰੇਤਾ ਅਜੇ ਵੀ ਲੋਕਾਂ ਨੂੰ, ਕੰਜ਼ਿਊਮਰ ਨੂੰ ਉਸੇ ਭਾਅ ਤੇ ਮਿਲਦਾ। ਸੋ ਨਾ ਤਾਂ ਲੋਕਾਂ ਨੂੰ ਰੇਤਾ ਚਰਨਜੀਤ ਸਿੰਘ ਚੰਨੀ ਸਰਕਾਰ ਵੇਲੇ ਘੱਟ ਭਾਅ ਤੇ ਮਿਲਿਆ, ਨਾ ਹੁਣ ਹੀ ਰੇਤੇ ਦੀਆਂ ਕੀਮਤਾਂ ਘਟੀਆਂ। ਥੋੜਾ ਜਿਹਾ ਮੈਂ ਟੋਕਣਾ ਚਾਹੂੰਗਾ। ਮੈਂ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ ਜਦੋਂ ਇੰਟਰਵਿਊ ਕੀਤੀ ਤਾਂ ਮੈਂ ਉਹਨਾਂ ਨੂੰ ਸਾਫ਼ ਤੌਰ ਤੇ ਕਿਹਾ, ਮੈਂ ਕਿਹਾ ਹਾਲਾਂਕਿ ਤੁਸੀਂ ਵੀ ਕਹਿ ਰਹੇ ਹੋ ਕਿ ਰੇਤਾ ਸਸਤਾ ਨਹੀਂ ਮਿਲ ਰਿਹਾ, ਚਰਨਜੀਤ ਸਿੰਘ ਚੰਨੀ ਬੇਸ਼ੱਕ ਕਹਿ ਰਹੇ ਹੋਣ, ਮੈਂ ਉਹਨੂੰ ਆਪਣੇ ਬਾਰੇ ਵੀ ਦੱਸਿਆ ਕਿ ਮੈਂ ਵੀ ਜਿਹੜੀਆਂ ਮਹਿੰਗੇ ਭਾਅ ਦੇ ਟਰਾਲੇ ਜਿਹੜੇ ਰੇਤੇ ਦੀ ਸਟਾਈ ਉਹਨਾਂ ਦਿਨਾਂ ਦੇ ਵਿੱਚ ਮੇਰੇ ਘਰ ਦੇ ਅੰਦਰ ਵੀ ਜਿਹੜਾ ਕੰਮ ਚੱਲ ਰਿਹਾ ਸੀ। ਤਾਂ ਉਹਨਾਂ ਨੇ ਕਿਹਾ ਕਿ ਭਾਈ ਉਹਨਾਂ ਨੂੰ ਕਿਵੇਂ ਰੋਕ ਲਓਗੇ? ਜਿਹੜੇ ਠੇਕੇਦਾਰ ਨੂੰ ਤੁਸੀਂ ਇੱਕ ਵਾਰੀ ਠੇਕਾ ਦੇਤਾ, ਉਹ ਤਾਂ ਫਿਰ ਆਪਦੀ ਮਰਜ਼ੀ ਦੇ ਨਾਲ ਹੀ ਜਿਹੜਾ ਤੁਹਾਨੂੰ ਰੇਤਾ ਭਾਅ ਫਿਕਸ ਕਰਕੇ ਤੁਹਾਨੂੰ ਦਊਗਾ, ਤਾਂ ਫਿਰ ਉਹਨੂੰ ਕਿਵੇਂ ਰੋਕਿਆ ਜਾ ਸਕੂਗਾ? ਨਹੀਂ, ਕਈ ਗੱਲਾਂ ਕਰਨੀਆਂ ਨੇ। ਜਿਹੜੀ ਤੁਸੀਂ ਆਹ ਗੱਲ ਛੇੜੀ ਹੈ ਇਹ ਵੀ ਕਰਨੀ ਹੈ। ਚਲੋ ਆਪਾਂ ਇੱਥੋਂ ਗੱਲ ਸ਼ੁਰੂ ਕਰਦੇ ਹਾਂ। ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਗੈਰ ਕਾਨੂੰਨੀ ਤਰੀਕੇ ਨਾਲ ਰੇਤਾ ਵੇਚਿਆ ਜਾ ਰਿਹਾ, ਉਹਦੇ ਮਤਲਬ ਕੀ ਨੇ? ਉਹਦਾ ਪਹਿਲਾ ਮਤਲਬ ਇਹ ਹੈ ਕਿ ਜਦੋਂ ਕੋਈ ਵਿਅਕਤੀ ਉਸ ਥਾਂ ਤੋਂ ਰੇਤਾ ਕੱਢਦਾ ਜਿਹੜੀ ਸਰਕਾਰ ਦੁਆਰਾ ਪ੍ਰਮਾਣਿਤ ਖਾਨ ਨਹੀਂ ਹੈਗੀ,
ਨਹੀਂ ਯਾਨੀ ਬਿਲਕੁਲ ਕਿ ਸਰਕਾਰ ਨੇ ਉਸ ਜਗ੍ਹਾ ਨੂੰ ਮਾਨਤਾ ਨਹੀਂ ਦਿੱਤੀ, ਤੁਸੀਂ ਗੈਰ ਕਾਨੂੰਨੀ ਤਰੀਕੇ ਨਾਲ ਉੱਥੋਂ ਰੇਤਾ ਕੱਢ ਰਹੇ ਹੋ। ਇੱਕ ਤਾਂ ਇਹ ਮਤਲਬ ਹੈ ਗੈਰ ਕਾਨੂੰਨੀ ਤਰੀਕੇ ਨਾਲ ਰੇਤਾ ਕੱਢਣ ਦਾ। ਦੂਜਾ, ਜਦੋਂ ਤੁਸੀਂ ਰੇਤੇ ਦੀਆਂ ਖਾਨਾਂ ਦੀ ਆਕਸ਼ਨ ਕਰ ਦਿੰਦੇ ਹੋ, ਠੇਕੇ ਤੇ ਦੇ ਦਿੰਦੇ ਹੋ, ਤੇ ਫਿਰ ਉਹਦੇ 'ਚ ਨਾ ਕਈ ਸ਼ਰਤਾਂ ਲਾਈਆਂ ਜਾਂਦੀਆਂ ਨੇ ਕਿ ਤੁਸੀਂ ਕਿੰਨੇ ਫੁੱਟ ਤੱਕ ਰੇਤਾ ਕੱਢ ਸਕਦੇ ਹੋ। ਹੋਰ ਵੀ ਬੜੀਆਂ ਸ਼ਰਤਾਂ ਨੇ ਕਿ ਜਿਹਦੇ ਮੁਤਾਬਕ ਹੀ ਉਹਨਾਂ ਖਾਨਾਂ ਵਿੱਚੋਂ ਰੇਤਾ ਕੱਢਿਆ ਜਾਣਾ ਚਾਹੀਦਾ। ਹੁੰਦਾ ਕੀ ਹੈ ਕਿ ਜਿਹੜੇ ਵਿਅਕਤੀ ਉਸ ਤੋਂ ਵੱਧ ਕੱਢਿਆ ਜਾਵੇ ਉਹ ਵੀ ਗੈਰ ਕਾਨੂੰਨੀ ਹੈ। ਮਤਲਬ ਜਿਹੜੀ ਕਾਨੂੰਨੀ ਤਰੀਕੇ ਵਾਲੀ ਖਾਨ ਹੈ, ਉਹਦੇ 'ਚ ਵੀ ਗੈਰ ਕਾਨੂੰਨੀ ਤਰੀਕੇ ਦੀਆਂ ਹਰਕਤਾਂ ਕੀਤੀਆਂ ਜਾਂਦੀਆਂ ਨੇ। ਸੋ ਇੱਕ ਤਾਂ ਹੋ ਗਿਆ ਨਾ ਉੱਥੋਂ ਰੇਤਾ ਕੱਢਣਾ ਜਿਹੜੀਆਂ ਸਰਕਾਰ ਦੁਆਰਾ ਪ੍ਰਮਾਣਿਤ ਜਗ੍ਹਾ ਨਹੀਂ ਹੈਗੀਆਂ। ਦੂਜਾ, ਜਿਹੜੀਆਂ ਸਰਕਾਰ ਦੁਆਰਾ ਆਕਸ਼ਨ ਕੀਤੀਆਂ ਹੋਈਆਂ ਸਾਈਟਸ ਨੇ, ਉੱਥੇ ਵੀ ਇਲੀਗਲ ਪ੍ਰੈਕਟਿਸ ਹੁੰਦੀਆਂ ਨੇ। ਤੀਜੀ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਕਿ ਮੈਂ ਨਵਜੋਤ ਸਿੰਘ ਸਿੱਧੂ ਨੂੰ ਕਿਹਾ, ਜਦੋਂ ਤੁਸੀਂ ਰੇਤੇ ਦੀਆਂ ਖਾਨਾਂ ਦੀ ਆਕਸ਼ਨ ਕਰ ਦਿੱਤੀ, ਭਾਅ ਤੁਸੀਂ ਫਿਕਸ ਨਹੀਂ ਕੀਤਾ। ਤੁਸੀਂ ਫਿਕਸ ਕੀ ਕੀਤਾ? ਤੁਸੀਂ ਫਿਕਸ ਕੀਤਾ ਹੈਗਾ ਕਿ ਜਿਹੜਾ ਠੇਕੇਦਾਰ ਰੈਵਨਿਊ ਸਰਕਾਰ ਨੂੰ ਦੇਵੇਗਾ ਤੇ ਕਿੰਨਾ ਰੇਤਾ ਕੱਢਣ ਲਈ। ਜਿਵੇਂ ਉਦਾਹਰਨ ਦੇ ਤੌਰ ਤੇ ਜਦੋਂ ਸ਼ਰਾਬ ਦੇ ਠੇਕਿਆਂ ਦੀ ਸਰਕਾਰ ਆਕਸ਼ਨ ਕਰਦੀ ਹੈ, ਤੁਸੀਂ ਇਹ ਫਿਕਸ ਕਰਤਾ ਕਿ ਇਸ ਭਾਅ ਤੇ ਤੁਹਾਨੂੰ ਸਰਕਾਰ ਦੀਆਂ ਡਿਸਟਿਲਰੀਆਂ ਚੋਂ ਸ਼ਰਾਬ ਮਿਲੇਗੀ, ਪਰੰਤੂ ਜਿਸ ਭਾਅ ਤੇ ਤੁਸੀਂ ਸ਼ਰਾਬ ਕੰਜ਼ਿਊਮਰ ਨੂੰ ਵੇਚਣੀ ਆ ਉਹ ਫਿਕਸ ਨਹੀਂ ਹੋਇਆ। ਫਿਰ ਠੇਕੇਦਾਰਾਂ ਦੀ ਮਰਜ਼ੀ ਆ ਆਪਸ ਵਿੱਚ ਮਿਲ ਕੇ ਜਿਹੜੇ ਮਰਜ਼ੀ ਭਾਅ ਤੇ ਸ਼ਰਾਬ ਵੇਚ ਲੈਣ। ਲਗਭਗ ਇਦਾਂ ਦੀ ਸਥਿਤੀ ਜਿਹੜੀ ਤੁਸੀਂ ਗੱਲ ਕਰਦੇ ਹੋ, ਜਿਹੜੀ ਰੇਤੇ ਦੀ ਖਾਨ ਦੀ ਤੁਸੀਂ ਆਕਸ਼ਨ ਕਰ ਦਿੱਤੀ, ਪਰੰਤੂ ਜਿਸ ਭਾਅ ਤੇ ਰੇਤਾ ਕੰਜ਼ਿਊਮਰ ਨੂੰ ਦੇਣਾ ਉਹ ਤੁਸੀਂ ਫਿਕਸ ਨਹੀਂ ਕੀਤਾ। ਉਹ ਫਿਕਸ ਨਹੀਂ ਕੀਤਾ, ਬਿਲਕੁਲ ਠੀਕ। ਫਿਰ ਸਰਕਾਰ ਰੇਤੇ ਦੇ ਭਾਅ ਨੂੰ ਕੰਟਰੋਲ ਨਹੀਂ ਕਰ ਸਕਦੀ। ਹੁਣ ਤੁਹਾਨੂੰ ਮੈਂ ਇੱਕ ਤੁਹਾਨੂੰ ਹੋਰ ਚੀਜ਼ ਦੱਸਣੀ ਹੈਗੀ ਆ। ਤੁਹਾਨੂੰ ਮੈਂ ਕਹਿ ਰਿਹਾ ਨਾ ਕਿ ਚਰਚਾ ਬਹੁਤ ਹੁੰਦੀ ਹੈ, ਕਲੈਰਿਟੀ ਬਹੁਤ ਘੱਟ ਹੈਗੀ ਹੈ। ਜੀ ਬਿਲਕੁਲ ਬਿਲਕੁਲ। ਮੈਂ ਜਦੋਂ ਆ ਚਰਚਾ ਕਰਦੇ ਰਹਿੰਦੇ ਹੋ, ਤੁਸੀਂ ਵੀ ਸਾਡੇ ਵਰਗੇ ਲੋਕਾਂ ਨੂੰ ਇਸ ਕਿਸਮ ਦੇ ਸਵਾਲ ਪੁੱਛਦੇ ਹੋ। ਮੈਂ ਤੇਲੰਗਾਨਾ ਆਪਣੇ ਪ੍ਰੋਫੈਸਰ ਦੋਸਤ ਮਿੱਤਰ ਨੂੰ ਇਹ ਗੱਲ ਪੁੱਛੀ ਕਿ ਤੇਲੰਗਾਨਾ ਵਿੱਚ ਰੇਤਾ ਕਿਸ ਤਰ੍ਹਾਂ ਵੇਚਿਆ ਜਾਂਦਾ, ਕਿਵੇਂ ਸਰਕਾਰ ਕੰਟਰੋਲ ਕਰਦੀ ਹੈਗੀ ਆ। ਜਦੋਂ ਬਾਰ-ਬਾਰ ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵੇਲੇ ਤੇਲੰਗਾਨਾ ਦਾ ਜ਼ਿਕਰ ਕਰਦੇ ਸੀ, ਮੈਂ ਤੇਲੰਗਾਨਾ ਤੋਂ ਇਨਫੋਰਮੇਸ਼ਨ ਇਕੱਠੀ ਕੀਤੀ। ਇਨਫੋਰਮੇਸ਼ਨ ਇਹ ਮਿਲੀ ਜੀ ਕਿ ਜਿਹੜਾ ਰੇਤਾ ਕੰਜ਼ਿਊਮਰ ਨੇ ਲੈਣਾ ਨਾ, ਉਹ ਸਰਕਾਰ ਦੀਆਂ ਸਾਈਟਸ ਤੇ ਤੁਸੀਂ ਬੁੱਕ ਕਰਾਉਣਾ ਹੈ। ਕਿ ਸਰਕਾਰ ਅੱਜ ਆਪਣੇ ਟਵੀਟ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਇਹੀ ਗੱਲ ਕੀਤੀ ਆ ਜਿਹੜੀ ਤੁਸੀਂ ਸੁਣਾ ਰਹੇ ਹੋ, ਤੇ ਉੱਥੇ ਤੁਸੀਂ ਬੁੱਕ ਕਰਨਾ ਵੀ ਮੈਨੂੰ ਇੰਨਾ ਰੇਤਾ ਚਾਹੀਦਾ ਤੇ ਉਹ ਤੁਹਾਡੀ ਬੁਕਿੰਗ ਹੋ ਜਾਏਗੀ। ਤੇ ਜਿਹੜੇ ਕਿਸ ਭਾਅ ਤੇ ਰੇਤਾ ਮਿਲਣਾ ਇਹ ਫਿਕਸਡ ਹੈਗਾ ਜੀ। ਅੱਛਾ, ਹੁਣ ਅੱਗੇ ਹੋਰ ਦੋ ਤਿੰਨ ਗੱਲਾਂ ਨੇ। ਤੁਸੀਂ ਰੇਤੇ ਦਾ ਭਾਅ ਫਿਕਸ ਕਰਤਾ, ਉਸ ਫਿਕਸਡ ਪ੍ਰਾਈਸ ਤੇ ਸਰਕਾਰ ਦੀਆਂ ਜਿਹੜੀਆਂ ਦੁਆਰਾ ਆਕਸ਼ਨ ਕੀਤੀਆਂ ਹੋਈਆਂ ਖੱਡਾਂ ਨੇ ਉੱਥੋਂ ਤੁਹਾਨੂੰ ਰੇਤਾ ਮਿਲਣਾ। ਉਹਦੇ 'ਚ ਫਿਰ ਟਰਾਂਸਪੋਰਟ ਵਾਲੇ ਗੜਬੜ ਕਰਦੇ ਨੇ, ਹੈ ਜੀ। ਫਿਰ ਸਰਕਾਰ ਇਹ ਕਹਿੰਦੀ ਹੈ ਕਿ ਤੁਸੀਂ ਆਹ ਟਰਾਂਸਪੋਰਟ ਦੇ ਰੇਟ ਨੇ, ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਇਹ ਟਰਾਂਸਪੋਰਟ ਦੇ ਰੇਟ ਮਹਿੰਗੇ ਨੇ, ਤੁਸੀਂ ਆਪਣਾ ਪ੍ਰਬੰਧ ਕਰਕੇ ਉਸ ਰੇਟ ਤੇ ਉੱਤੋਂ ਰੇਤਾ ਲਿਆ ਸਕਦੇ ਹੋ। ਪੰਜਾਬ ਵਿੱਚ ਇਸ ਕਿਸਮ ਦੀ ਕੋਈ ਵਿਵਸਥਾ ਅਜੇ ਤੱਕ ਨਹੀਂ ਕੀਤੀ ਗਈ। ਜਦੋਂ ਪਿਛਲੀ ਸਰਕਾਰ, ਦੇਖੋ ਇਹ ਵੀ ਤੁਸੀਂ ਆਪਣਾ ਵਿਊਅਰਸ ਨੂੰ ਦੱਸ ਦਿਓ, ਜਿਹੜਾ ਪੰਜਾਬ ਵਿੱਚ ਰੇਤੇ ਦੀਆਂ ਖੱਡਾਂ ਦੀ ਆਕਸ਼ਨ ਕਰਨ ਦਾ ਸਿਸਟਮ ਕੋਈ ਬਹੁਤ ਪੁਰਾਣਾ ਨਹੀਂ ਹੈਗਾ। ਇਹ ਤਾਂ ਅਕਾਲੀ ਦਲ ਦੀ ਜਿਹੜੀ ਪਹਿਲੀ ਸਰਕਾਰ ਵੇਲੇ ਸ਼ੁਰੂ ਹੋਇਆ ਤੇ ਪਿਛਲੀ ਜਿਹੜੀ ਕਾਂਗਰਸ ਦੀ ਸਰਕਾਰ ਸੀ ਉਹਦੇ 'ਚ ਵੀ ਚੱਲਦਾ ਰਿਹਾ। ਤੇ ਇਹਦੇ ਦੌਰਾਨ ਹੀ ਇਨਸੀਡੈਂਟਲੀ ਕੰਜ਼ਿਊਮਰਸ ਨੂੰ, ਖਪਤਕਾਰ ਨੂੰ ਰੇਤਾ ਬਹੁਤ ਮਹਿੰਗੇ ਭਾਅ ਤੇ ਮਿਲਦਾ ਰਿਹਾ। ਹੁਣ ਵੀ ਮਹਿੰਗੇ ਭਾਅ ਤੇ ਮਿਲਦਾ, ਜਿਹੜੀ ਤੁਸੀਂ ਅੱਜ ਦਾ ਜ਼ਿਕਰ ਕਰਦੇ ਹੋ ਨਾ, ਮਹਿੰਗੇ ਭਾਅ ਤੇ ਮਿਲਦਾ ਹੈ ਜੀ। ਇਸ ਸਿਸਟਮ ਵਿੱਚ ਸਰਕਾਰ ਕੋਲ ਕੋਈ ਗਿੱਦੜ ਸਿੰਘੀ ਨਹੀਂ ਹੈਗੀ ਕਿ ਖਪਤਕਾਰ ਨੂੰ ਘੱਟ ਭਾਅ ਤੇ ਰੇਤਾ ਦਵਾ ਸਕਦੀ ਹੋਵੇ। ਹੁਣ ਤੁਸੀਂ ਦੱਸੋ ਕਿੱਦਾਂ ਹੋਏਗੀ? ਜੇਕਰ ਸਰਕਾਰ ਖਪਤਕਾਰਾਂ ਨੂੰ ਘੱਟ ਭਾਅ ਤੇ ਰੇਤਾ ਆਪਣਾ ਦਵਾਉਣਾ ਚਾਹੁੰਦੀ ਹੈ, ਜਾਨੀ ਫਿਕਸ ਕਰਨਾ ਚਾਹੁੰਦੀ ਹੈ ਕਿ ਇਸ ਪ੍ਰਾਈਸ ਤੇ ਪੰਜਾਬ ਵਿੱਚ ਰੇਤਾ ਵਿਕੇਗਾ, ਉਹਦਾ ਇੱਕੋ ਇੱਕ ਤਰੀਕਾ ਹੈ। ਪਹਿਲੀ ਚੀਜ਼, ਕਈ ਚੀਜ਼ਾਂ ਕਰਨੀਆਂ ਪੈਣਗੀਆਂ, ਤਰੀਕਾ ਕੀ ਹੈ? ਪਹਿਲੀ ਚੀਜ਼, ਸਭ ਤੋਂ ਪਹਿਲਾ ਕੰਮ ਹੈ ਸਰਕਾਰ ਨੂੰ ਸਾਰੇ ਪੰਜਾਬ ਵਿੱਚ ਕਿੰਨੀਆਂ ਉਹ ਥਾਵਾਂ ਨੇ ਜਿੱਥੋਂ ਰੇਤਾ ਕੱਢਿਆ ਜਾ ਸਕਦਾ, ਉਹ ਆਇਡੈਂਟੀਫਾਈ ਕਰਨੀਆਂ ਪੈਣਗੀਆਂ। ਆਇਡੈਂਟੀਫਾਈ ਕਰਨ ਤੋਂ ਬਾਅਦ ਤੁਸੀਂ ਉਹਨਾਂ ਦੀ ਆਕਸ਼ਨ ਕਰਨੀ ਹੈ। ਆਕਸ਼ਨ ਕਰਦੇ ਵੇਲੇ ਤੁਹਾਨੂੰ ਇਹ ਕਹਿਣਾ ਪਊਗਾ ਕਿ ਜੀ ਰੇਤਾ 10 ਰੁਪਏ ਪਰ ਸਕੁਅਰ ਫੀਟ ਤੁਹਾਨੂੰ ਕੰਜ਼ਿਊਮਰ ਨੂੰ ਦੇਣਾ ਪਊਗਾ। ਤੇ ਇੰਨਾ ਫਿਰ ਤੁਸੀਂ ਦੱਸੋ ਕਿ 10 ਰੁਪਏ ਪਰ ਸਕੁਅਰ ਫੀਟ ਕੰਜ਼ਿਊਮਰ ਨੂੰ ਦੇ ਕੇ ਤੁਸੀਂ ਸਰਕਾਰ ਨੂੰ ਕੀ ਦਵੋਗੇ? ਫਿਰ ਬੋਲੀ ਹੋਏਗੀ ਨਾ। ਬੋਲੀ ਕਿਸ ਗੱਲ ਦੀ ਹੋਏਗੀ? ਬੋਲੀ ਇਸ ਗੱਲ ਦੀ ਹੋਏਗੀ ਕਿੰਨਾ ਰੈਵਨਿਊ ਤੁਸੀਂ ਸਰਕਾਰ ਨੂੰ ਦੇਣ ਨੂੰ ਤਿਆਰ ਹੋ। ਤੁਸੀਂ ਪ੍ਰਾਈਸ ਫਿਕਸ ਕਰ ਦਿੱਤੀ,
ਕਿ 10 ਰੁਪਏ ਮੈਂ ਹਾਈਪੋਥੈਟੀਕਲ ਗੱਲ ਕਰ ਰਿਹਾ ਕਿ ਤੁਸੀਂ 10 ਰੁਪਏ ਸਕੁਅਰ ਫੀਟ ਤੋਂ ਵੱਧ ਤੁਸੀਂ ਆਪਣਾ ਨਹੀਂ ਲੈ ਸਕਦੇ ਹੈਗੇ। ਹੁਣ ਤੁਸੀਂ ਦੱਸੋ, ਜੇ ਅਸੀਂ ਤੁਹਾਨੂੰ ਇਹ ਕਹੀਏ ਵੀ ਇਹਨਾਂ ਸਾਈਟਸ ਤੋਂ ਰੇਤਾ ਕੱਢ ਕੇ ਤੁਸੀਂ 10 ਰੁਪਏ ਸਕੁਅਰ ਫੀਟ ਤੇ ਕੰਜ਼ਿਊਮਰ ਨੂੰ ਦੇਣਾ, ਸਰਕਾਰ ਨੂੰ ਕੀ ਦਓਗੇ? ਸੋ ਸਰਕਾਰ ਦੇ ਰੈਵਨਿਊ ਦੀ ਬੋਲੀ ਹੋਗੀ, ਜਿਹੜੇ ਭਾਅ ਤੇ ਰੇਤਾ ਕੰਜ਼ਿਊਮਰ ਨੂੰ ਦੇਣਾ ਉਹ ਫਿਕਸ ਹੋ ਗਿਆ। ਫਿਰ ਆਏਗੀ ਗੱਲ ਤੀਜੀ, ਜਿਸ ਗੱਲ ਦਾ ਐਲਾਨ ਕੁਝ ਦਿਨ ਪਹਿਲਾਂ ਜਿਹੜੇ ਸਾਡੇ ਮਾਈਨਸ ਦੇ ਮੰਤਰੀ ਨੇ ਹਰਜੋਤ ਬੈਂਸ ਨੇ ਕੁਝ ਦਿਨ ਪਹਿਲਾਂ, ਦੇਖੋ ਨਵੀਂ ਸਰਕਾਰ ਦੀ ਕੋਈ ਮਾਈਨਸ ਦੀ ਪਾਲਿਸੀ ਕੰਪਰੀਹੈਂਸਿਵ ਪਾਲਿਸੀ ਆਈ ਹੋਵੇ, ਮੇਰੇ ਮੁਤਾਬਕ ਨਹੀਂ, ਅਜੇ ਤੱਕ ਨਹੀਂ ਆਈ। ਰਾਦਰ ਅੱਜ ਸ਼ਾਇਦ ਅੱਜ ਸਰਕਾਰ ਇਹ ਕਹਿ ਰਹੀ ਹੈ ਅਸੀਂ ਮਾਈਨਸ ਦੀ ਰੇਤੇ ਦੀਆਂ ਖੱਡਾਂ ਨਾਲ ਸੰਬੰਧਿਤ ਅਸੀਂ ਪਾਲਿਸੀ ਲੈ ਕੇ ਆਵਾਂਗੇ, ਨਹੀਂ ਆਈ। ਇੱਕੋ ਚੀਜ਼ ਕਿਹਾ ਜਾ ਰਿਹਾ ਕਿ 6 ਮਹੀਨੇ ਦੇ ਅੰਦਰ ਅੰਦਰ ਆ ਸਕਦੀ ਹੈ। ਨਹੀਂ, ਇਹ ਤਾਂ ਬਹੁਤ ਲੰਮਾ ਸਮਾਂ ਹੈ, ਇਹ ਸਮੇਂ ਦੀ ਗੱਲ ਆਪਾਂ ਬਾਅਦ ਕਰਦੇ ਹਾਂ। ਸੋ ਸਰਕਾਰ ਨੇ ਇੱਕੋ ਗੱਲ ਹੁਣ ਤੱਕ ਐਲਾਨ ਕੀਤੀ ਹੈ, ਕੀ ਕੀਤੀ ਸੀ ਕਿ ਜੇਕਰ ਪੰਜਾਬ ਵਿੱਚ ਰੇਤੇ ਦੀਆਂ ਖੱਡਾਂ ਵਿੱਚੋਂ ਗੈਰ ਕਾਨੂੰਨੀ ਤਰੀਕੇ ਨਾਲ ਕੱਢ ਕੇ ਰੇਤਾ ਵੇਚਿਆ ਜਾਂਦਾ, ਇਸ ਗੱਲ ਦੀ ਜ਼ਿੰਮੇਵਾਰੀ ਜਿਹੜੇ ਡਿਸਟ੍ਰਿਕਟ ਦੇ ਅਫੀਸਰਸ ਹੋਣਗੇ, SSP ਹੋਣਗੇ, DCs ਹੋਣਗੇ, ਉਹਨਾਂ ਤੇ ਫਿਕਸ ਕੀਤੀ ਜਾਏਗੀ, ਜਿਹੜੀ ਮੇਰੇ ਮੁਤਾਬਿਕ ਇੱਕ ਵਾਜਬ ਗੱਲ ਹੈਗੀ। ਕਿਉਂਕਿ ਜਿਹੜਾ ਗੈਰ ਕਾਨੂੰਨੀ ਤਰੀਕੇ ਨਾਲ ਕੋਈ ਵੀ ਐਕਟੀਵਿਟੀ ਹੁੰਦੀ ਆ, ਉਹਦਾ ਸਭ ਤੋਂ ਵੱਧ ਇਨਫੋਰਮੇਸ਼ਨ ਦੋ ਵਿਅਕਤੀਆਂ ਕੋਲ ਹੋਣੀ ਬਣਦੀ ਆ, ਇੱਕ ਉਸ ਡਿਸਟ੍ਰਿਕਟ ਦੇ SSP ਕੋਲ, ਦੂਜੀ ਉਸ ਡਿਸਟ੍ਰਿਕਟ ਦੇ ਡਿਪਟੀ ਕਮਿਸ਼ਨਰ ਕੋਲ। ਇੱਕ ਡਾਕਟਰ ਸਾਹਿਬ ਸਵਾਲ ਇੱਕ ਇਹ ਵੀ ਉੱਠਦਾ ਹੈ ਫਿਰ ਕਿ ਅਰਵਿੰਦ ਕੇਜਰੀਵਾਲ ਦੀ ਸਰਕਾਰ ਜਿਹੜੀ ਆ, ਭਗਵੰਤ ਮਾਨ ਦੀ ਸਰਕਾਰ ਜਿਹੜੀ, ਉਹਨਾਂ ਨੇ ਠੀਕ ਆ ਪਾਲਿਸੀ ਲਿਆਂਦੀ ਨਹੀਂ, ਕਹਿੰਦੇ ਕਿ ਅਸੀਂ ਲੈ ਕੇ ਆਵਾਂਗੇ, ਤਾਂ ਫਿਰ ਅਰਵਿੰਦ ਕੇਜਰੀਵਾਲ ਇਹ ਕਿਵੇਂ ਕਹਿੰਦੇ ਰਹੇ ਕਿ ਭਾਈ ਮੈਂ 20,000 ਕਰੋੜ ਰੁਪਇਆ ਜਿਹੜਾ ਉਹ ਰੇਤੇ ਦੇ ਵਿੱਚੋਂ ਕੱਢ ਲਵਾਂਗਾ? ਕਿਹੜੇ ਮੈਥਡ ਦੇ ਰਾਹੀਂ, ਕਿਹੜੀ ਪਾਲਿਸੀ ਦੇ ਰਾਹੀਂ ਫਿਰ ਉਹ ਇਹ ਗੱਲ ਕਹਿੰਦੇ ਰਹੇ? ਜੇ ਹਾਲੇ ਪਾਲਿਸੀ ਬਣੀ ਹੋਈ ਨਹੀਂ, ਫਿਰ ਅਰਵਿੰਦ ਕੇਜਰੀਵਾਲ ਇਹ ਦਾਅਵਾ ਕਿਵੇਂ ਕਰੀ ਜਾ ਰਹੇ ਸੀਗੇ ਕਿ ਮੈਂ 20,000 ਕਰੋੜ ਰੁਪਇਆ ਜਿਹੜਾ ਰੇਤੇ ਦੇ ਵਿੱਚੋਂ ਕੱਢ ਲੂੰਗਾ? ਇਹ ਵੀ ਗੱਲ ਇੱਕ ਸੋਚਣ ਵਾਲੀ ਹੈ। ਨਹੀਂ, ਤੁਹਾਡਾ ਬੜਾ ਵੈਲਿਡ ਪੁਆਇੰਟ ਹੈ। ਜੇ ਫॉर ਐਗਜ਼ਾਮਪਲ ਸਰਕਾਰ ਬੜਾ ਲੰਮਾ ਸਮਾਂ ਲੈਂਦੀ ਹੈਗੀ ਹੈ ਆਪਣਾ ਮਾਈਨਸ ਦੀ ਪਾਲਿਸੀ ਬਣਾਉਣ ਦੀ, ਫਿਰ ਤਾਂ ਮੈਨੂੰ ਵਾਕਈ ਹੈਰਾਨੀ ਹੋਏਗੀ। ਕਿਉਂਕਿ ਜਿਵੇਂ ਤੁਸੀਂ ਕਹਿ ਰਹੇ ਹੋ, ਤੁਹਾਨੂੰ ਯਾਦ ਹੋਣਾ ਕਿ ਰਾਘਵ ਚੱਡਾ ਚਰਨਜੀਤ ਸਿੰਘ ਚੰਨੀ ਦੇ ਹਲਕੇ ਵਿੱਚ ਜਾ ਕੇ ਇਸ ਗੱਲ ਨੂੰ ਉਛਾਲਦੇ ਰਹੇ ਕਿ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਦੇ ਹਲਕੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰੇਤੇ ਦੀਆਂ ਖੱਡਾਂ ਤੋਂ ਰੇਤਾ ਕੱਢਿਆ ਜਾ ਰਿਹਾ। ਉਦੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਸੁਖਬੀਰ ਬਾਦਲ ਵੀ ਰੇਤੇ ਦੀਆਂ ਖੱਡਾਂ ਵਾਲੇ ਪਾਸੇ ਗਏ ਇਸ ਗੱਲ। ਸੋ ਇਹ ਮੁੱਦਾ ਇਲੈਕਟੋਰਲੀ ਇੰਨਾ ਸੈਂਸਿਟਿਵ ਹੈ, ਤੇ ਇਸ ਕਰਕੇ ਆਮ ਆਦਮੀ ਪਾਰਟੀ ਨੇ ਇਸ ਸੰਬੰਧਿਤ ਕੋਈ ਲੰਬੀ ਚੌੜੀ ਵਿਚਾਰ ਵਟਾਂਦਰਾ ਨਾ ਕੀਤਾ ਹੋਵੇ, ਇਸ ਗੱਲ ਤੇ ਤਾਂ ਮੈਨੂੰ ਵੀ ਹੈਰਾਨੀ ਹੋਏਗੀ। ਖਾਸ ਕਰਕੇ ਉਦੋਂ ਜਦੋਂ ਅਰਵਿੰਦ ਕੇਜਰੀਵਾਲ ਤਾਂ ਇੱਕ ਵਾਰ ਪਹਿਲਾਂ ਤਾਂ 10,000 ਜਦੋਂ ਸਵਾਲ ਪੁੱਛਿਆ ਨਾ ਤੁਹਾਡੇ ਵਰਗੇ ਪੱਤਰਕਾਰਾਂ ਨੇ ਕਿ ਜੀ ਆਹ ਜਿਹੜਾ ਤੁਸੀਂ ਬੀਬੀਆਂ ਨੂੰ 1,000 ਰੁਪਏ ਮਹੀਨਾ ਦੀ ਫੈਸਿਲਿਟੀ ਅਨਾਉਂਸ ਕੀਤੀ ਹੈ, ਦਾ ਪ੍ਰਬੰਧ ਕਰਨ ਜਾ ਰਹੇ ਹੋ, ਇਹਦਾ ਪੈਸਾ ਕਿੱਥੋਂ ਆਏਗਾ? ਉਹ ਕਹਿੰਦੇ 10,000 ਕਰੋੜ ਦਾ ਖਰਚਾ। 10,000 ਕਰੋੜ ਖਰਚਾ ਤਾਂ ਜਿਹੜੀ ਗੈਰ ਕਾਨੂੰਨੀ ਤਰੀਕੇ ਨਾਲ ਪੰਜਾਬ ਵਿੱਚ ਰੇਤੇ ਦੀਆਂ ਖੱਡਾਂ ਚੋਂ ਰੇਤਾ ਵੇਚਿਆ ਜਾਂਦਾ, ਉਹਨੂੰ ਬੰਦ ਕਰਕੇ ਅਸੀਂ ਕੱਢ ਲੈਣਾ। ਬਾਅਦ ਵਿੱਚ ਉਹ ਇਹ ਜਿਹੜੀ ਅਮਾਊਂਟ ਸੀ 20,000 ਕਰੋੜ ਤੇ ਲੈ ਗਏ। ਹੁਣ ਜਦੋਂ ਤੁਸੀਂ 10,000 ਕਰੋੜ 20,000 ਕਰੋੜ ਦੀਆਂ ਫਿਗਰਸ ਦਿੰਦੇ ਹੋ, ਜਦੋਂ ਤੁਸੀਂ ਇਲੈਕਸ਼ਨ ਕੰਪੇਨ ਵਿੱਚ ਇਸ ਗੱਲ ਨੂੰ ਬਹੁਤ ਵੱਡੇ ਲੈਵਲ ਤੇ ਉਛਾਲਦੇ ਹੋ, ਫਿਰ ਇਸ ਗੱਲ ਦੀ ਆਸ ਕੀਤੀ ਜਾਂਦੀ ਹੈ ਕਿ ਤੁਸੀਂ ਇਸ ਸੰਬੰਧੀ ਕੋਈ ਹੋਮਵਰਕ ਕੀਤਾ ਹੋਵੇ। ਵੈਸੇ ਸੁਖਵਿੰਦਰ, ਮੈਨੂੰ ਇੱਕ ਹੋਰ ਪੱਖੋਂ ਵੀ ਹੈਰਾਨੀ ਹੈ, ਜਿਹੜੀ ਸਰਕਾਰ ਦੀ ਹੈਗੀ ਨਾ ਬਿਊਰੋਕ੍ਰੇਸੀ, ਨੌਕਰਸ਼ਾਹੀ ਕੋਡ ਇਸ ਕਿਸਮ ਦੀ ਇਨਫੋਰਮੇਸ਼ਨ ਹੁੰਦੀ ਹੈ। ਦੇਖੋ ਜਿਹੜੀਆਂ ਰੇਤੇ ਦੀਆਂ ਖੱਡਾਂ ਕਾਨੂੰਨੀ ਤੌਰ ਤੇ ਆਕਸ਼ਨ ਕੀਤੀ ਗਈ, ਉਹਦੀ ਤਾਂ ਇਨਫੋਰਮੇਸ਼ਨ ਸਰਕਾਰ ਕੋਲ ਹੈਗੀ ਹੈ। ਜੇ ਸਰਕਾਰ ਕੋਲ ਜਿਹੜੀਆਂ ਗੈਰ ਕਾਨੂੰਨੀ ਤਰੀਕੇ ਨਾਲ ਖੱਡਾਂ ਵਿੱਚੋਂ ਰੇਤਾ ਕੱਢਿਆ ਜਾਂਦਾ ਸੀ, ਉਹਦੀ ਵੀ ਇਨਫੋਰਮੇਸ਼ਨ ਹੋਏਗੀ। ਸੋ ਇਹ ਸਾਰੀ ਇਨਫੋਰਮੇਸ਼ਨ ਦੇ ਹੁੰਦਿਆਂ ਹੋਇਆਂ ਤੁਸੀਂ ਦੋ ਚੀਜ਼ਾਂ ਦਾ ਫੈਸਲਾ ਕਰਨਾ ਹੈ। ਇੱਕ, ਕਿਸ ਭਾਅ ਤੇ ਤੁਸੀਂ ਲੋਕਾਂ ਨੂੰ ਰੇਤਾ ਆਪਣਾ ਪ੍ਰੋਵਾਈਡ ਕਰਨਾ। ਦੂਜਾ, ਤੁਹਾਡੇ ਦਿਮਾਗ ਵਿੱਚ ਰੈਵਨਿਊ ਕਮਾਉਣ ਦੀ ਕੰਸੀਡਰੇਸ਼ਨ ਵੱਡੀ ਹੈ ਜਾਂ ਲੋਕਾਂ ਨੂੰ ਘੱਟ ਭਾਅ ਤੇ ਰੇਤਾ ਪ੍ਰੋਵਾਈਡ ਕਰਨ ਦੀ ਕੰਸੀਡਰੇਸ਼ਨ ਵੱਡੀ ਹੈ ਜੀ। ਉਹਦੇ ਮੁਤਾਬਕ ਤੁਸੀਂ ਇਸ ਗੱਲ ਦਾ ਫੈਸਲਾ ਕਰੋਗੇ ਕਿ ਤੁਸੀਂ ਆਪਸ਼ਨ। ਡਾਕਟਰ ਸਾਹਿਬ ਇਹ ਗੱਲ ਕਹਿ ਰਹੇ ਆ, ਉਹ ਲਗਾਤਾਰ ਇਹ ਗੱਲ ਕਹਿ ਰਹੇ ਆ, ਕਹਿੰਦੇ ਕਿ ਮੈਂ ਰੇਤੇ ਦੀ ਪਾਲਿਸੀ ਤੇ ਕੰਮ ਕੀਤਾ, ਮੈਂ ਬੜੇ ਨੇੜਿਓਂ ਦੇਖਿਆ ਇਸ ਚੀਜ਼ ਨੂੰ ਕਿ 2,000 ਕਰੋੜ ਤੋਂ ਵੱਧ ਜਿਹੜਾ ਪੈਸਾ ਹੀ ਨਹੀਂ ਕਮਾਇਆ ਜਾ ਸਕਦਾ ਪਰ ਸਾਲ ਦੇ ਅੰਦਰ ਰੇਤੇ ਦੀ ਪਾਲਿਸੀ ਦੇ ਵਿੱਚੋਂ। ਤਾਂ ਉਹ ਵੀ ਲਗਾਤਾਰ ਚੈਲੰਜ ਕਰ ਰਹੇ ਨੇ ਕੇਜਰੀਵਾਲ ਤੇ, ਨਾ ਭਗਵੰਤ ਮਾਨ ਤਾਂ ਨਾ ਉਹਨਾਂ ਦੀ ਸਰਕਾਰ ਜਿਹੜੀ ਹੈ ਉਹਨਾਂ ਦੇ ਇਸ ਗੱਲ ਦਾ ਜਵਾਬ ਦੇ ਨਹੀਂ ਰਹੇ ਕਿ ਭਾਈ ਨਵਜੋਤ ਸਿੰਘ ਸਿੱਧੂ ਕਹਿੰਦੇ 2,000 ਤੋਂ ਵੱਧ ਕੱਢਿਆ ਨਹੀਂ ਜਾ ਸਕਦਾ,
ਦੱਸੋ ਕਿਵੇਂ ਕੱਢਿਆ ਜਾਊਗਾ। ਅਰਵਿੰਦ ਕੇਜਰੀਵਾਲ ਕਹਿ ਰਹੇ ਨੇ ਕਿ ਮੈਂ 20,000 ਕਰੋੜ ਕੱਢ ਲੂੰਗਾ, ਜਦ ਕਿ ਪਾਲਿਸੀ ਜਿਹੜੀ ਬਣੀ ਇਹਦਾ ਮਤਲਬ ਫਿਰ ਨਵਜੋਤ ਸਿੰਘ ਸਿੱਧੂ ਸੱਚ ਬੋਲਦੇ ਆ। ਨਹੀਂ ਦੇਖੋ, ਜਿਹੜੀ ਪੋਲੀਟੀਸ਼ੀਅਨ ਦੀ ਗੱਲ ਹੈ, ਨਵਜੋਤ ਸਿੰਘ ਸਿੱਧੂ ਨੇ ਫਿਗਰ ਕਿੱਥੋਂ ਚੁੱਕੀ ਹੈ ਮੈਨੂੰ ਨਹੀਂ ਪਤਾ, ਕੇਜਰੀਵਾਲ ਨੇ ਫਿਗਰ ਕਿੱਥੋਂ ਚੁੱਕੀ ਹੈ ਮੈਨੂੰ ਨਹੀਂ ਪਤਾ, ਪਰ ਮੈਨੂੰ ਇਸ ਗੱਲ ਦਾ ਪਤਾ ਜਿਹੜੇ ਪੰਜਾਬ ਦੇ ਇਕਨੋਮਿਸਟ ਨੇ ਇਹਨਾਂ ਮੁੱਦਿਆਂ ਤੇ ਕੰਮ ਕੀਤਾ ਉਹਨਾਂ ਦੀ ਫਿਗਰ 2000 ਕਰੋੜ ਦੇ ਲਗਭਗ ਸੀਗੀ। ਹੁਣ ਸਵਾਲ ਇਹ ਹੈ ਕਿ ਜੇ ਤੁਸੀਂ ਫॉर ਐਗਜ਼ਾਮਪਲ ਜੇ ਤੁਸੀਂ 10,000 ਕਰੋੜ ਕਮਾਉਣਾ ਚਾਹੁੰਦੇ ਹੋ, ਫਿਰ ਤੁਹਾਨੂੰ ਵੱਧ ਰੈਵਨਿਊ ਕਮਾਉਣ ਲਈ ਵੱਧ ਭਾਅ ਤੇ ਰੇਤੇ ਦੀ ਆਪਣਾ ਸੇਲ ਕਰਨੀ ਪਏਗੀ। ਫਿਰ ਤੁਸੀਂ ਇਹ ਕਹੋਗੇ, ਫਿਰ ਤੁਸੀਂ ਠੇਕੇਦਾਰ ਨੂੰ ਇਹ ਕਹੋਗੇ ਜੀ ਅਸੀਂ ਤੁਹਾਡੇ ਕੋਲੋਂ ਇੰਨਾ ਰੈਵਨਿਊ ਲੈਣਾ, ਤੁਸੀਂ ਜਿਹੜੇ ਮਰਜ਼ੀ ਭਾਅ ਤੇ ਕੰਜ਼ਿਊਮਰ ਨੂੰ ਰੇਤਾ, ਜਿਵੇਂ ਡਿਮਾਂਡ ਐਂਡ ਸਪਲਾਈ ਵਾਲੀ ਗੱਲ ਹੁੰਦੀ ਹੈ ਨਾ, ਫਿਰ ਤੁਹਾਡੇ ਦਿਮਾਗ 'ਚ ਇਹ ਗੱਲ ਨਹੀਂ ਹੈਗੀ ਕਿ ਤੁਸੀਂ ਕੰਜ਼ਿਊਮਰ ਨੂੰ ਕਿਸ ਭਾਅ ਤੇ ਰੇਤਾ ਸਪਲਾਈ ਕਰਨਾ, ਫਿਰ ਤੁਹਾਡੇ ਦਿਮਾਗ 'ਚ ਗੱਲ ਹੈਗੀ ਤੁਸੀਂ ਪੈਸਾ ਕਿੰਨਾ ਕਮਾਉਣਾ। ਹੁਣ ਇਹ ਚੀਜ਼ਾਂ ਤਾਂ ਸਰਕਾਰ ਨੇ ਫੈਸਲਾ ਕਰਨੀਆਂ ਨੇ ਨਾ, ਕਿ ਤੁਹਾਡੇ ਦਿਮਾਗ 'ਚ 10,000 ਕਰੋੜ ਕਮਾਉਣਾ ਹੈ ਜਾਂ 20,000 ਕਰੋੜ ਕਮਾਉਣਾ ਹੈ, ਜਾਂ ਤੁਹਾਡੇ ਦਿਮਾਗ 'ਚ ਇਹ ਹੈਗਾ ਕਿ ਅਸੀਂ ਘੱਟ ਭਾਅ ਤੇ ਕੰਜ਼ਿਊਮਰ ਨੂੰ ਰੇਤਾ ਪ੍ਰੋਵਾਈਡ ਕਰਨਾ। ਜੇ ਦੋਨਾਂ ਚੀਜ਼ਾਂ ਨੂੰ ਦਿਮਾਗ ਵਿੱਚ ਰੱਖਣਾ ਹੈ, ਇੱਕ ਤੀਜੀ ਪ੍ਰੋਪੋਜੀਸ਼ਨ ਇਹ ਹੈ ਕਿ ਅਸੀਂ ਰੈਵਨਿਊ ਵੀ ਕਮਾਉਣਾ ਹੈ, ਅਸੀਂ ਇੱਕ ਵਾਜਬ ਭਾਅ ਤੇ ਕੰਜ਼ਿਊਮਰ ਨੂੰ ਜਿਹਨਾਂ ਨੂੰ ਰੇਤਾ ਚਾਹੀਦਾ ਉਹਨਾਂ ਨੂੰ ਰੇਤਾ ਵੀ ਪ੍ਰੋਵਾਈਡ ਕਰਨਾ। ਸੋ ਉਹਦੇ ਮੁਤਾਬਿਕ ਰੀਅਲਿਸਟਿਕ ਤਰੀਕੇ ਨਾਲ ਰੈਵਨਿਊ ਦਾ ਟਾਰਗੇਟ। ਅੱਛਾ, ਇਸ ਕਰਕੇ ਵੀ ਇਹ ਚੀਜ਼ਾਂ ਇਹ ਮੁੱਦਾ ਬੜਾ ਮਹੱਤਵਪੂਰਨ ਹੈ ਕਿ ਜਿਸ ਕਿਸਮ ਦੀ ਡਿਬੇਟ ਰੇਤੇ ਦੀਆਂ ਜਿਹੜੀਆਂ ਖੁੱਡਾਂ ਨੂੰ ਲੈ ਕੇ ਡਿਬੇਟ ਹੋਈ, ਜਿਹਦੇ 'ਚ ਜਿਵੇਂ ਨਵਜੋਤ ਸਿੰਘ ਸਿੱਧੂ 2000 ਕਰੋੜ ਦੀ ਗੱਲ ਕਰਦੇ ਰਹੇ, ਪਹਿਲੇ ਜਿਹੜੇ ਮਾਈਨਸ ਦੇ ਮੰਤਰੀ ਸੀ ਉਹ ਕਹਿੰਦੇ ਸੀ 400 ਕਰੋੜ ਤੋਂ ਵੱਧ 1000 ਕਰੋੜ ਕਰ ਲਓ, ਇਹ ਤੋਂ ਵੱਧ ਨਹੀਂ ਹੋ ਸਕਦਾ, ਤੇ ਕੇਜਰੀਵਾਲ ਸਾਹਿਬ 10,000 ਕਰੋੜ ਤੇ 20,000 ਕਰੋੜ ਦੀ। ਇਸ ਗੱਲ ਨੂੰ ਸੈਟਲ ਕਰਨ ਲਈ ਵੀ ਕਿ ਇਸ ਵਿੱਤੀ ਵਰੇ ਵਿੱਚ ਕਿੰਨਾ ਪੈਸਾ ਪੰਜਾਬ ਸਰਕਾਰ ਰੇਤੇ ਦੀਆਂ ਖਾਨਾਂ ਵਿੱਚੋਂ ਕਮਾਉਂਦੀ ਹੈ, ਇਹ ਗੱਲ ਵੀ ਇੱਕ ਬੜੀ ਦਿਲਚਸਪ ਹੈਗੀ ਹੈ ਔਰ ਬੜੀ ਮਤਲਬ ਸਾਡੇ ਇੰਟਰਸਟ ਦਾ ਵਿਸ਼ਾ ਹੈਗੀ। ਬਿਲਕੁਲ, ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਇੱਕ ਚੀਜ਼ ਤੇ ਸ਼ਾਇਦ ਬਹੁਤੀਆਂ ਚੀਜ਼ਾਂ ਦਾ ਸਾਨੂੰ ਵੀ ਨਹੀਂ ਸੀ ਪਤਾ, ਉਹ ਸਾਨੂੰ ਵੀ ਹੁਣ ਤੁਹਾਡੀ ਗੱਲ ਤੋਂ ਪਤਾ ਲੱਗ ਰਿਹਾ। ਪਰ ਗੱਲ ਇਹ ਹੈ ਡਾਕਟਰ, ਜਿਹੜੀ ਠੀਕ ਹੈ ਪਾਲਿਸੀ ਸਰਕਾਰ ਨੇ, ਜਦੋਂ ਆਪਾਂ ਮੰਨ ਵੀ ਲਈਏ ਠੀਕ ਹੈ ਪਾਲਿਸੀ ਸਰਕਾਰ ਨੇ ਹਲੇ ਬਣਾਉਣੀ ਹੈ, ਸਮਾਂ ਚਾਹੀਦਾ ਉਹਨੂੰ ਬਣਾ ਲੈਣ, ਪਰ ਉਸ ਤੋਂ ਪਹਿਲਾਂ ਜਿਹੜੀ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ, ਜਿਵੇਂ ਨਵਜੋਤ ਸਿੰਘ ਸਿੱਧੂ ਹੋਣਾ ਨੇ ਵੀਡੀਓਜ਼ ਜਿਹੜੀਆਂ ਜਾਰੀ ਕੀਤੀਆਂ ਨੇ, ਉਹਦੇ ਵਿੱਚ ਸਾਫ਼ ਪਤਾ ਲੱਗ ਰਿਹਾ। ਪਰ ਗੱਲ ਇਹ ਹੈ ਕਿ ਉਸ ਨੂੰ ਕਿਵੇਂ ਰੋਕਿਆ ਜਾਊਗਾ, ਉਸ ਨੂੰ ਰੋਕਣ ਦੀ ਕਿੰਨੀ ਕੁ ਜ਼ਰੂਰਤ ਹੈ। ਦਮਗਜੇ ਮਾਰੇ ਜਾ ਰਹੇ ਸੀ, ਦੂਜੀਆਂ ਸਰਕਾਰਾਂ ਨੂੰ ਘੇਰਿਆ ਜਾ ਰਿਹਾ ਸੀ, ਪਰ ਹੁਣ ਹਾਲੇ ਆਪਣੇ ਵੱਲੋਂ ਕੋਈ ਐਕਸ਼ਨ ਨਹੀਂ। ਬੇਸ਼ੱਕ ਹਰਜੋਤ ਬੈਂਸ ਉਹਨਾਂ ਨੇ ਇਹ ਗੱਲ ਜਿਹੜੀ ਕਹੀ ਗਈ ਕਿ ਭਾਈ ਅਸੀਂ ਅਫਸਰਾਂ ਨੂੰ ਉਦੋਂ ਕਹਿਤਾ ਸੀ ਕਿ ਉਹਨਾਂ ਤੇ ਸ਼ਿਕੰਜਾ ਜਿਹੜਾ ਕੱਸਿਆ ਜਾਊਗਾ, ਅਫਸਰਾਂ ਤੇ ਕਾਰਵਾਈ ਹੋਊਗੀ, SSP ਜ਼ਿਲ੍ਹੇ ਦਾ ਜ਼ਿੰਮੇਵਾਰ ਹੋਊਗਾ। ਤਾਂ ਜਿਸ ਤਰੀਕੇ ਦੇ ਨਾਲ ਨਜਾਇਜ਼ ਮਾਈਨਿੰਗ ਜਿਹੜੀ ਉਹ ਚੱਲ ਰਹੀ ਹੈ, ਆਪਣੇ ਵੀ ਲਾਈਵ ਪ੍ਰੋਗਰਾਮਾਂ ਦੇ ਵਿੱਚ ਡਾਕਟਰ ਸਾਹਿਬ ਤੁਹਾਨੂੰ ਚੇਤਾ ਹੋਊਗਾ ਕਿ ਕਾਲਸ ਆਈਆਂ ਕਿ ਭਾਈ ਲਾਈਵ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਨਜਾਇਜ਼ ਮਾਈਨਿੰਗ ਜਿਹੜੀ ਲਗਾਤਾਰ ਚੱਲ ਰਹੀ ਹੈ, ਤਾਂ ਫਿਰ ਉਹਨਾਂ ਨੂੰ ਰੋਕਿਆ ਕਿਉਂ ਨਹੀਂ ਜਾ ਰਿਹਾ, ਕਿਵੇਂ ਰੋਕਿਆ ਜਾਊਗਾ? ਦੇਖੋ, ਗੱਲ ਇਹ ਹੈ ਕਿ ਸਰਕਾਰ ਮਾਈਨਸ ਪਾਲਿਸੀ ਲੈ ਕੇ ਆਈ ਨਹੀਂ। ਬਿਊਰੋਕ੍ਰੇਸੀ ਦੇ ਦਿਮਾਗ 'ਚ ਹੀ ਹੁੰਦਾ ਕਿ ਜਦੋਂ ਮਾਈਨਸ ਪਾਲਿਸੀ ਆਏਗੀ ਫਿਰ ਸਰਕਾਰ ਸਖਤੀ ਕਰੇਗੀ, ਅਸੀਂ ਉਹਨੂੰ ਇੰਪਲੀਮੈਂਟ ਕਰਾਂਗੇ। ਜਿਵੇਂ ਇਹ ਆਮ ਚਰਚਾ ਦਾ ਵਿਸ਼ਾ ਹੈਗਾ ਕਿ ਰੇਤੇ ਦੀਆਂ ਖੱਡਾਂ ਵਿੱਚੋਂ ਬਿਊਰੋਕ੍ਰੇਸੀ ਦੇ ਲੋਕ, ਪੁਲਿਸ ਦੇ ਲੋਕ, ਪਹਿਲਾਂ ਤਾਂ ਘਰੇ ਵੀ ਚਰਚਾ ਹੁੰਦੀ ਸੀਗੀ ਕਿ ਪੋਲੀਟੀਸ਼ੀਅਨਸ ਰੇਤੇ ਦੀਆਂ ਖੱਡਾਂ ਵਿੱਚੋਂ ਪੈਸਾ ਕਮਾਉਂਦੇ ਨੇ। ਹੁਣ ਜੇ ਮੰਨ ਵੀ ਲਿਆ ਜਾਵੇ ਕਿ ਆਮ ਆਦਮੀ ਪਾਰਟੀ ਦੇ ਜਿਹੜੇ MLA ਨੇ ਇਸ ਧੰਦੇ ਤੋਂ ਦੂਰ ਨੇ, ਫਿਰ ਪੁਲਿਸ ਤੇ ਜਿਹੜੀ ਬਿਊਰੋਕ੍ਰੇਸੀ ਤੇ ਜਿਹੜੇ ਲੋਕਲ ਲੈਵਲ ਦੇ ਬੰਦੇ ਨੇ, ਉਹ ਤਾਂ ਉਹਨਾਂ ਕੋਲ ਤਾਂ ਉਹ ਮਸ਼ੀਨਰੀ ਦੀ ਵਰਤੋਂ ਕਰਕੇ ਉਹ ਪਹਿਲਾਂ ਰੇਤਾ ਕੱਢਦੇ ਸੀ, ਉਹਨਾਂ ਕੋਲ ਤਾਂ ਹੁਣ ਵੀ ਹੈਗੀ ਆ। ਸੋ ਇਸ ਕਰਕੇ ਜਿਹੜੀ ਇਨਫੋਰਮੇਸ਼ਨ, ਮੇਰੀ ਵੀ ਇਨਫੋਰਮੇਸ਼ਨ ਇਹੀ ਹੈ ਕਿ ਗੈਰ ਕਾਨੂੰਨੀ ਤਰੀਕੇ ਨਾਲ ਜਿਹੜਾ ਰੇਤਾ, ਜਿਹੜੀਆਂ ਮਤਲਬ ਅਪਰੂਵਡ ਸਾਈਟਸ ਹੈਗੇ, ਉਹਨਾਂ ਚੋਂ ਰੇਤਾ ਕੱਢਿਆ ਜਾ ਰਿਹਾ। ਓਬਵੀਅਸਲੀ ਉਹਦੇ 'ਚ ਹੇਠਲੇ ਲੈਵਲ ਤੇ ਬਿਊਰੋਕ੍ਰੇਸੀ ਦੀ, ਪੁਲਿਸ ਦੀ, ਕ੍ਰਾਈਮਸ ਤੋਂ ਬਿਨਾਂ ਇਹ ਹੋ ਨਹੀਂ ਸਕਦਾ। ਸਰਕਾਰ ਨੇ ਅਨਾਉਂਸ ਜ਼ਰੂਰ ਕੀਤਾ ਸੀ ਕਿ ਅਸੀਂ SSP ਤੇ DC ਦੀ ਜ਼ਿੰਮੇਵਾਰੀ ਫਿਕਸ ਕਰਾਂਗੇ, ਫਿਰ ਲੱਗਦਾ ਇਹ ਆ ਕਿ ਉਹ ਗੱਲ ਅਜੇ ਇੰਪਲੀਮੈਂਟ ਨਹੀਂ ਹੋਈ। ਇੰਪਲੀਮੈਂਟ ਦੀ ਪ੍ਰਕਿਰਿਆ ਉਦੋਂ ਹੀ ਸ਼ੁਰੂ ਹੋਏਗੀ ਜਦੋਂ ਕੰਪਰੀਹੈਂਸਿਵ ਪਾਲਿਸੀ ਸ਼ਾਇਦ ਸਰਕਾਰ ਦੇ ਮਤਲਬ ਦਿਮਾਗ 'ਚ ਇਹ ਗੱਲ ਹੋਵੇ ਕਿ ਅਸੀਂ ਨਵੀਂ ਪਾਲਿਸੀ ਲੈ ਕੇ ਨਹੀਂ ਆਏ। ਜੇ ਅਸੀਂ ਸਕੰਜਾ ਕੱਸ ਦਿੰਦੇ ਹਾਂ, ਜਿਹੜਾ ਰੇਤਾ ਮਾਰਕੀਟ ਵਿੱਚ ਅਵੇਲੇਬਲ ਹੈ ਉਹ ਫਿਰ ਅਵੇਲੇਬਲ ਨਾ ਹੋ ਕੇ ਪ੍ਰਾਈਸਿਸ ਹੋਰ ਵੱਧ ਜਾਣਗੀਆਂ। ਜੀ ਕਿਉਂ ਗੈਰ ਕਾਨੂੰਨੀ ਮਾਈਨਿੰਗ ਨੂੰ ਅਸਿੱਧੇ ਤਰੀਕੇ ਦੇ ਨਾਲ
ਨਹੀਂ ਦੇਖੋ, ਬਣਦਾ ਤੇ ਮੈਂ ਤੇ ਇਹ ਕਹਿ ਰਿਹਾ ਕਿ ਪਹਿਲੇ ਦਿਨ ਤੋਂ ਇਸ ਮੁੱਦੇ ਤੇ ਕੰਮ ਕਰਨਾ ਬਣਦਾ ਸੀ, ਖਾਸ ਕਰਕੇ ਉਦੋਂ ਜਦੋਂ ਇਹ ਮੁੱਦਾ ਰਾਜਨੀਤੀ ਦੀ ਸੈਂਟਰ ਸਟੇਜ ਵਿੱਚ ਰਿਹਾ, ਬਣਦਾ ਸੀ। ਦੂਜੀ ਚੀਜ਼, ਇਹ ਕੋਈ ਨਾ ਰਾਕਟ ਸਾਇੰਸ ਨਹੀਂ ਹੈਗੀ ਕਿ ਖਾਸ ਕਰਕੇ ਸਰ ਸਭ ਉਦੋਂ ਵੀ ਜਦੋਂ ਅਰਵਿੰਦ ਕੇਜਰੀਵਾਲ ਦਮਗਜੇ ਮਾਰੇ ਹੋਣ ਕਿ ਮੈਂ 10,000 ਤੋਂ ਸਿੱਧਾ 20,000 ਕਰੋੜ ਰੁਪਇਆ ਕਹਿੰਦੇ ਮੈਂ ਕਮਾ ਲੂੰ, ਤਾਂ ਫਿਰ ਦੱਸਣਾ ਚਾਹੀਦਾ ਸੀ ਕਿ ਕਿਹੜੇ ਮੈਥਡ ਦੇ ਜ਼ਰੀਏ, ਕਿਹੜੇ ਕਹਿੰਦੇ ਮੈਂ ਉਹਨਾਂ ਨੇ ਦੇਖੋ ਤੁਹਾਨੂੰ ਚੇਤਾ ਹੋ ਡਾਕਟਰ ਸਾਹਿਬ, ਜੇ ਪੂਰੀ ਉਹ ਇੰਟਰਵਿਊ ਸੁਣੀ ਹੋਵੇ, ਉਹਦੇ ਵਿੱਚ ਕਹਿੰਦੇ ਕਿ ਜਦੋਂ ਮੈਂ ਗੱਲ ਕਰਦਾ ਨਾ ਕਿਸੇ ਪਾਲਿਸੀ ਦੇ ਬਾਰੇ ਤਾਂ ਮੈਂ ਘੋਖ ਪੜਤਾਲ ਪੜ੍ਹ ਲਿਖ ਕੇ ਕਹਿੰਦੇ ਕੰਮ ਕਰਦਾ, ਤਾਂ ਫਿਰ ਜੇ ਕੰਮ ਕੀਤਾ ਤਾਂ ਫਿਰ ਪਾਲਿਸੀ ਪਹਿਲੇ ਦਿਨ ਹੀ ਲਾਗੂ ਤੁਹਾਡੇ ਕਹਿਣ ਦੇ ਮੁਤਾਬਕ ਕਰ ਦੇਣੀ ਚਾਹੀਦੀ ਸੀ। ਨਹੀਂ, ਅਸੀਂ ਵੀ ਇਸ ਗੱਲ ਦੀ ਆਸ ਰੱਖਦੇ ਹਾਂ ਕਿ ਜੋ ਰੈਪੂਟੇਸ਼ਨ ਅਰਵਿੰਦ ਕੇਜਰੀਵਾਲ ਦੀ ਹੈਗੀ ਹੈ ਕਿ ਇੰਡੀਅਨ ਰੈਵਨਿਊ ਸਰਵਿਸ ਚੋਂ ਉਹ ਆਏ ਨੇ, ਇਸ ਕਿਸਮ ਦੀ ਬੈਕਗਰਾਉਂਡ ਵਾਲਾ ਵਿਅਕਤੀ ਜੇਕਰ ਕੋਈ ਗੱਲ ਕਰੇਗਾ, ਉਹਦਾ ਹੋਮਵਰਕ ਕੀਤਾ ਹੋਣਾ ਬਣਦਾ ਹੈ। ਕਿਉਂਕਿ ਅਸੀਂ ਇਸ ਕਿਸਮ ਦੀ ਆਸ ਅਰਵਿੰਦ ਕੇਜਰੀਵਾਲ ਤੋਂ ਰੱਖਦੇ ਸੀ, ਇਸੇ ਕਰਕੇ ਤਾਂ ਕਹਿ ਰਹੇ ਹਾਂ ਕਿ ਹੁਣ ਜਦੋਂ 1 ਮਹੀਨਾ ਸਰਕਾਰ ਨੂੰ ਹੋਣ ਜਾ ਰਿਹਾ, ਮਾਈਨਿੰਗ ਦੀ ਪਾਲਿਸੀ ਕਿਉਂ ਨਹੀਂ ਨਜ਼ਰ ਆ ਰਹੀ ਹੈ ਜੀ। ਸੋ ਮੇਰੇ ਮੁਤਾਬਕ, ਸਾਡੇ ਮੁਤਾਬਕ ਤਾਂ 1 ਮਹੀਨੇ ਵਿੱਚ ਕੁਛ ਨਾ ਕੁਛ ਇਸ ਫਰੰਟ ਤੇ ਨਜ਼ਰ ਆਉਣਾ ਚਾਹੀਦਾ ਸੀ। ਜੇ ਫਾਰ ਐਗਜ਼ਾਮਪਲ ਸਮਾਂ ਵੱਧ ਵੀ ਲੱਗ ਰਿਹਾ ਸੀ, ਫਿਰ ਘੱਟੋ ਘੱਟ ਕੋਈ ਜਿਵੇਂ ਐਕਸਾਈਜ਼ ਦੀ 3 ਮਹੀਨੇ ਲਈ ਇਹਨਾਂ ਨੇ ਇੱਕ ਅਡਹੌਕ ਪਾਲਿਸੀ ਬਣਾਈ ਆ, ਉਸ ਕਿਸਮ ਦੀ ਅਡਹੌਕ ਪਾਲਿਸੀ ਜਿਹੜੀਆਂ ਰੇਤੇ ਦੀਆਂ ਖੱਡਾਂ ਨੂੰ ਲੈ ਕੇ ਵੀ ਬਣਾ ਲੈਂਦੇ ਕਿ ਅਸੀਂ 3 ਮਹੀਨੇ ਬਾਅਦ ਕੰਪਰੀਹੈਂਸਿਵ ਪਾਲਿਸੀ ਲੈ ਕੇ ਆਵਾਂਗੇ, ਆਹ 3 ਮਹੀਨਿਆਂ ਲਈ ਆਹ ਸਿਸਟਮ ਜਾਰੀ ਰਹੇਗਾ। ਉਸ ਕਿਸਮ ਦੀ ਪਾਲਿਸੀ ਵੀ ਕੋਈ ਨਜ਼ਰ ਨਹੀਂ ਆਈ। ਸੋ ਇਸ ਕਰਕੇ ਸਰਕਾਰ ਕੀ ਕਰ ਰਹੀ ਹੈ, ਹੋ ਸਕਦਾ ਸਾਨੂੰ ਨਾ ਪਤਾ ਹੋਵੇ, ਪਰੰਤੂ ਜਿਸ ਲੈਵਲ ਦੀ ਆਸ ਸਾਨੂੰ ਇਸ ਸਰਕਾਰ ਕੋਲੋਂ ਸੀਗੀ, ਹੁਣ ਵੀ ਹੈਗੀ ਹੈ ਕਿ ਰੇਤੇ ਦੀਆਂ ਜਿਹੜੀਆਂ ਖੱਡਾਂ ਨੂੰ, ਗੈਰ ਕਾਨੂੰਨੀ ਨਾਲ ਰੇਤਾ ਕੱਢਣ ਦੀ ਪ੍ਰਕਿਰਿਆ ਨੂੰ ਨੱਥ ਪਾ ਕੇ ਸੂਬੇ ਦੇ ਰੈਵਨਿਊ ਵਿੱਚ ਵਾਧਾ ਕੀਤਾ ਜਾਏਗਾ, ਦੂਜਾ ਕੰਜ਼ਿਊਮਰਜ਼ ਨੂੰ ਘੱਟ ਪਾਤੇ ਰੇਤਾ ਪ੍ਰੋਵਾਈਡ ਕੀਤਾ ਜਾਏਗਾ। ਇਹ 2 ਅਹਿਮ ਮੁੱਦੇ ਨੇ, ਇਹ 2 ਅਹਿਮ ਵਾਅਦੇ ਕਰਕੇ ਸਰਕਾਰ ਨੇ ਪਾਵਰ ਵਿੱਚ ਆਈ ਹੈ। ਦੇਖੋ, ਰੇਤੇ ਦਾ ਮਸਲਾ ਉਹਨਾਂ ਅਹਿਮ ਮੁੱਦਿਆਂ ਚੋਂ ਆ ਜਿਹੜੇ 3-4 ਅਹਿਮ ਮੁੱਦਿਆਂ ਨੂੰ ਆਧਾਰ ਬਣਾ ਕੇ ਆਮ ਆਦਮੀ ਪਾਰਟੀ ਨੇ ਕਾਂਗਰਸ ਦੀ ਸਰਕਾਰ, ਛੱਡੋ ਤੁਸੀਂ ਉਦੋਂ ਪਹਿਲਾਂ ਵਾਲੀ ਸਰਕਾਰ ਨੂੰ ਵੀ ਕਾਉਂਟਰ ਕੀਤਾ ਹੈਗਾ। ਸੋ ਇਸ ਕਰਕੇ ਇਸ ਅਰਜੈਂਸੀ ਦੇ ਹੁੰਦਿਆਂ ਹੋਇਆਂ ਹੁਣ ਤੱਕ ਕੋਈ ਵੱਡੀ ਕਾਰਵਾਈ ਇਸ ਫਰੰਟ ਤੇ ਸਰਕਾਰ ਵੱਲੋਂ ਆਉਣੀ ਚਾਹੀਦੀ। ਚਲੋ ਅਸੀਂ ਆਸ ਕਰਦੇ ਹਾਂ ਕਿ ਦੇਰ ਨਾਲ ਆਵੇ ਪਰ ਦਰੁਸਤ ਆਵੇ, ਪਰ ਆਉਣਾ ਜ਼ਰੂਰ ਬਣਦਾ ਹੈ। ਕਈ ਕਾਰਨਾਂ ਕਰਕੇ ਇਹ ਬਹੁਤ ਅਹਿਮ ਮੁੱਦਾ ਹੈਗਾ। ਬਿਲਕੁਲ। ਤਾਂ ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਰਾਜਸਥਾਨ ਡਾਕਟਰ ਕੁਲਦੀਪ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ, ਅਹਿਮ ਮਸਲੇ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਕੀਮਤੀ ਵਿਚਾਰ, ਅਹਿਮ ਜਾਣਕਾਰੀ ਉਹਨਾਂ ਦੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਊਗੀ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦਿਓ ਇਜਾਜ਼ਤ। ਧੰਨਵਾਦ।